तुमरी सरन तुम्हारी आसा। तुम ही सज्जन सोहले, राखो राखनहार दयाला। नानक घर के गोले, हो आया दूरों चल के। मैं तकी तो सरनाए जियो, मैं आशा रखी चित में। मेरा सबो दुख गवाए जियो, अंत न पावत देव सब मनो। इंद्र महाशिव जोग करी, उन वेद बरंच विचार रहयो। हर जाप न छाड्यो एक करी, मथुरा जन को प्रभ दीन दयाल है। संगत श्रेष्ठ निहाल करी, रामदास गुरु जग तारन को। गुर जोत अर्जुन माहे धरी, रामदास गुरु जग तारन को। गुर जोत अर्जुन माहे धरी, सुको होटल गुर सेविया। अहन सहज सुभाए, दर्शन परसय गुरु कै। जन्म मरण दुख जा, होवै सिफत खसम। नूर अरसों कुरसों चटी, तुद डिठे सचे पातशाह। बाल जन्म जन्म दे, सजन सचा पातशाह। सिर सांद जिस पास बैठिया, सबना दावे सा। सगल द्वार को छाड़ के, गयो तुहारो द्वार। बाहें गए की लाज अस, गोविंद दास तुहार। सतनाम श्री वाहिगुरु साहिब जीओ। टोडी महला पंजवा। घर पहला दुबदे। वाहिगुरु वाहिगुरु। एक ओंकार सतगुर प्रसाद। संतन अवर ना काहू जानी, वे बेपरवाह सदा रंग हर का। जाको पाक स्वामी रहाओ, ऊच समाना ठाकुर तेरो। अवर ना काहू तानी, ऐसो अमर मिलियो भक्तन को। राज रहे रंग्यानी, संतन
ਅਵਰ ਨਾ ਕਾਹੂ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਸਿੰਘਾਸਨ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਕੀਰਤਨ ਔਰ ਨਿਤਨੇਮ ਦੀਆਂ ਦਾਤਾਂ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬਖਸ਼ਿਸ਼ ਕੀਤੀਆਂ। ਵੱਡੇ ਭਾਗ ਹੋਏ ਗੁਰਮੁਖਾਂ ਦੇ, ਗੁਰਸਿੱਖਾਂ ਦੇ, ਜੋ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਐਸੀ ਬਾਣੀ ਨੂੰ ਸਰਵਣ ਕੀਤਾ ਹੈ। ਇਸ ਵੇਲੇ ਲੜੀਵਾਰ ਕਥਾ ਜੋ ਹੈ ਜੈਤਸਰੀ ਰਾਗ ਸੰਪੂਰਨ ਹੋਇਆ। ਕੱਲ ਮੂਲ ਮੰਤਰ ਦੇ ਰੂਪ ਦੇ ਵਿੱਚ ਜੋ ਆਪਾਂ ਗੁਰਬਾਣੀ ਦੇ ਅਰਥ ਸਾਨੂੰ ਸਰਵਣ ਕੀਤੇ ਅਤੇ ਟੋਡੀ ਰਾਗ ਦਾ ਸ਼ਬਦ ਸਰਵਣ ਕੀਤਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਸੀ। ਉਸ ਤੋਂ ਅੱਗੇ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਸ਼ਬਦ ਪ੍ਰਾਰੰਭ ਹੋ ਰਹੇ ਨੇ। ਮਹਾਰਾਜ ਕਿਵੇਂ ਬਖਸ਼ਿਸ਼ ਕਰਦੇ ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹਲਾ ਪੰਜਵਾ। ਘਰ ਪਹਿਲਾ ਦੁਪਦੇ। ਟੋਡੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ। ਵਿਦਵਾਨਾਂ ਨੇ ਲਿਖਿਆ ਹੈ ਟੋਡੀ ਰਾਗ ਜਿਹੜਾ ਹੈ ਇਹ ਸਰਦ ਰੁੱਤ ਦਾ ਰਾਗ ਹੈ। ਸਰਦ ਰੁੱਤ ਦੇ ਵਿੱਚ ਇਸ ਰਾਗ ਨੂੰ ਦਿਨ ਦੇ ਦੂਜੇ ਪਹਿਰ ਗਾਇਆ ਜਾਂਦਾ ਹੈ। ਮਹਾਰਾਜ ਜੀਆਂ ਨੇ ਬਚਨ ਲਿਖਿਆ ਹੈ ਪੁਨ ਆਈ ਦੀਪਕ ਕੀ ਬਾਰੀ, ਕਸ਼ੇਲੀ ਪਟ ਮੰਜਰੀ ਟੋਡੀ ਕਹੀ, ਆਲਾਪ ਕਾਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ। ਜਿਹੜਾ ਦੀਪਕ ਰਾਗ ਹੈ ਉਸ ਦੀ ਘਰਵਾਲੀ, ਉਸ ਦੀ ਇਸਤਰੀ ਲਿਖਿਆ ਇਸ ਟੋਡੀ ਰਾਗਨੀ ਨੂੰ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਦਾ 12ਵਾਂ ਨੰਬਰ ਹੈ। 11 ਰਾਗ ਪਹਿਲਾਂ ਆਪਾਂ ਸਰਵਣ ਕਰ ਲਏ ਨੇ। ਇਹ ਟੋਡੀ ਰਾਗ 12ਵਾਂ ਰਾਗ ਹੈ। ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਆਪਾਂ ਨੂੰ ਪ੍ਰਾਪਤ ਹੋ ਰਿਹਾ। ਪਹਿਲੇ ਘਰ ਦੇ ਅੰਦਰ ਗਾਉਣ ਦਾ ਹੁਕਮ ਹੈ। 2 ਪਦਿਆਂ ਦੇ ਮਹਾਰਾਜ ਦੇ ਸ਼ਬਦ ਆਉਣਗੇ। 2 ਪਦਿਆਂ ਤੋਂ ਭਾਵ ਕੇ 2-2 ਪੌੜੀਆਂ ਦੇ ਸ਼ਬਦ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦੇ ਨਾਮ ਤੇ ਗੁਰਮੁਖੋ ਕਈ ਨੇ, ਪਰ ਉਹਨਾਂ ਕਈ ਨਾਮਾਂ ਦੇ ਵਿੱਚੋਂ ਇੱਕ ਨਾਮ ਉਹਦਾ ਓੰਕਾਰ ਹੈ, ਜਿਸ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਮੰਨਿਆ ਹੈ। ਓੰਕਾਰ ਇੱਕ ਹੀ ਹੈ, ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਐਸੇ ਪਰਮਾਤਮਾ ਦੀ ਜੇ ਪ੍ਰਾਪਤੀ ਕਰਨੀ ਚਾਹੁੰਦਾ ਹੈ ਤੇ ਸਤਿਗੁਰ ਪ੍ਰਸਾਦ, ਫਿਰ ਗੁਰੂ ਦੀ ਕਿਰਪਾ ਪ੍ਰਾਪਤ ਕਰ, ਗੁਰੂ ਦੀ ਪ੍ਰਸੰਨਤਾ ਲੈ, ਖੁਸ਼ੀ ਲੈ, ਤਾਂ ਕਿ ਤੈਨੂੰ ਉਹ ਪਰਮਾਤਮਾ ਮਿਲੇ। ਮਹਾਰਾਜ ਫਰਮਾਉਂਦੇ ਹਨ ਸੰਤਨ ਅਵਰ ਨਾ ਕਾਹੂ ਜਾਨੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਹੈ ਪਰਮਾਤਮਾ ਜਿਹੜੇ ਸੰਤ ਨੇ, ਜਿਨ੍ਹਾਂ ਦਾ ਮਨ ਸ਼ਾਂਤ ਹੋ ਗਿਆ, ਉਹਨਾਂ ਨੇ ਤੇਰੇ ਤੋਂ ਬਿਨਾ ਹੋਰ ਕਿਸੇ ਵਿੱਚ ਪ੍ਰੀਤੀ ਕਰਨੀ ਜਾਣੀ ਨਹੀਂ ਹੈ। ਜਿਵੇਂ ਅਸੀਂ ਆ ਨਾ, ਦੁਨੀਆ ਦੇ ਲੋਕ, ਸਾਡਾ ਪ੍ਰੇਮ ਬਣ ਜਾਂਦਾ ਘਰ ਦੇ ਨਾਲ, ਅਸੀਂ ਘਰ ਦਾ ਮੋਹ ਨਹੀਂ ਛੱਡ ਸਕਦੇ। ਘਰ ਤੋਂ ਦੂਰ ਜਾਈਏ ਤੇ ਲਾਲਸਾ ਹੁੰਦੀ ਹੈ ਵੀ ਛੇਤੀ ਨਾਲ ਦੌੜ ਕੇ ਘਰ ਪਹੁੰਚੀਏ। ਘਰੇ ਆ ਕੇ ਹੀ ਚੈਨ ਮਿਲਦਾ। ਸਾਡਾ ਪ੍ਰੇਮ ਉਹ ਕੰਧਾਂ ਦੇ ਨਾਲ, ਮਕਾਨ ਦੇ ਨਾਲ ਹੈ, ਸਾਡੀ ਪ੍ਰੀਤੀ ਉਹਦੇ ਨਾਲ ਹੈ।
ਸਾਡੀ ਪ੍ਰੀਤੀ ਬਣ ਜਾਂਦੀ ਹੈ ਧੀਆਂ ਪੁੱਤਰਾਂ ਦੇ ਨਾਲ, ਪਰਿਵਾਰਕ ਮੈਂਬਰਾਂ ਦੇ ਨਾਲ। ਇਹ ਸਾਡੀ ਸੰਸਾਰੀ ਲੋਕਾਂ ਦੀ ਬਿਰਤੀ ਹੈ। ਇਤਿਹਾਸ ਦਾ ਜੇ ਬਚਨ ਪੜ੍ਹੀਏ ਤੇ ਪੂਰਨ ਭਗਤ ਦੇ ਵਿਯੋਗ ਦੇ ਵਿੱਚ, ਵਿਛੋੜੇ ਦੇ ਵਿੱਚ ਮਾਂ ਅੰਨੀ ਹੋ ਗਈ ਹੈ, ਕਿਉਂਕਿ ਪੁੱਤਰ ਦਾ ਮੋਹ ਹੈ, ਪੁੱਤਰ ਦੀ ਪ੍ਰੀਤੀ ਹੈ। ਇਹ ਸੰਸਾਰੀ ਗੱਲਾਂ ਨੇ। ਸੰਸਾਰ ਦੇ ਲੋਕਾਂ ਦੀ ਪ੍ਰੀਤੀ ਕਿਸੇ ਨਾ ਕਿਸੇ ਨਾਲ ਜੁੜੀ ਹੋਈ ਹੈ। ਦੁਨੀਆ ਦਾ ਇਤਿਹਾਸ ਇਹ ਗੱਲ ਕਹਿੰਦਾ ਵੀ ਭਗਵਾਨ ਰਾਮਚੰਦਰ ਦੇ ਪਿਤਾ ਜੀ ਮਹਿਲ ਦੇ ਉੱਪਰੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਗਏ। ਕਿਉਂ ਕਰ ਗਏ? ਕਿਉਂਕਿ ਪ੍ਰੀਤੀ ਜਿਹੜੀ ਹੈ ਪੁੱਤਰ ਦੇ ਨਾਲ ਹੈ। ਪੁੱਤਰ ਦਾ ਵਿਛੋੜਾ ਨਹੀਂ ਸਹਿਆ ਜਾਂਦਾ, ਆਪਣੇ ਆਪ ਨੂੰ ਖਤਮ ਕਰ ਲਿਆ। ਗੁਰਮੁਖੋ ਐਸੀਆਂ ਕਈ ਉਦਾਹਰਨਾਂ ਆਪਾਂ ਸੁਣ ਸਕਦੇ ਹਾਂ ਕਿ ਦੁਨੀਆ ਦੇ ਲੋਕਾਂ ਨੇ ਪਿਆਰ ਜਾਂ ਤੇ ਘਰ ਨੂੰ ਕੀਤਾ ਜਾਂ ਪਰਿਵਾਰ ਨੂੰ ਕੀਤਾ, ਔਰ ਦੁਖੀ ਹੁੰਦੇ ਰਹੇ, ਰੋਂਦੇ ਰਹੇ। ਪਰ ਜਿਹੜੇ ਰੱਬ ਦੇ ਸੰਤ ਨੇ ਨਾ, ਅਵਰ ਨ ਕਾਹੂ ਜਾਨੀ, ਉਹ ਕਿਸੇ ਹੋਰ ਵਿੱਚ ਪ੍ਰੀਤੀ ਕਰਨੀ ਜਾਣਦੇ ਹੀ ਨਹੀਂ। ਸੰਸਾਰ ਵਿੱਚ ਕਿਸੇ ਨਾਲ ਪ੍ਰੀਤੀ ਪਾਉਂਦੇ ਹੀ ਨਹੀਂ। ਸੰਸਾਰ ਦੇ ਪਦਾਰਥ ਵੀ ਨਸ਼ਵਰ ਨੇ, ਨਾਸ ਹੋਣ ਵਾਲੇ। ਸੰਸਾਰ ਦੇ ਲੋਕ ਵੀ ਨਾਸ ਹੋਣ ਵਾਲੇ। ਫਿਰ ਇਹਨਾਂ ਨਾਲੋਂ ਵਿਛੜਾਂਗੇ ਨਾ ਤੇ ਫਿਰ ਦੁੱਖ ਹੋਵੇਗਾ। ਪਰਮਾਤਮਾ ਸਾਰੇ ਥਾਵਾਂ ਤੇ ਹੈ, ਨਾ ਵਿਛੜਨਾ ਪਵੇ ਨਾ ਦੁੱਖ ਹੋਵੇ। ਸੰਤ ਬਾਬਾ ਆਨੰਦ ਸਿੰਘ ਹੋਏ ਨਾ ਨਾਨਕਸਰ ਵਾਲੇ ਮਹਾਂਪੁਰਖ, ਕਹਿਣ ਲੱਗੇ ਬੰਦਗੀ ਕਰਦੇ ਕੁਟੀਆ ਬਣਾ ਲੈਂਦੇ, ਛੰਨ ਬਣਾ ਲੈਂਦੇ, ਕੱਖਾਂ ਦੀ, ਕਾਨਿਆਂ ਦੀ, ਨਿੱਕੀ ਜਿਹੀ ਛਪਰੀ ਪਾ ਕੇ ਬੈਠ ਜਾਂਦੇ। ਕੁਝ ਮਹੀਨੇ ਉਹਦੇ ਵਿੱਚ ਰਹਿੰਦੇ, ਬੰਦਗੀ ਕਰਦੇ, ਸਿਮਰਨ ਕਰਦੇ। ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਇੱਥੇ ਕੋਈ ਧਰਮਾਤਮਾ, ਮਹਾਤਮਾ ਬੜੀ ਬੰਦਗੀ ਕਰਦੇ, ਲੋਕਾਂ ਨੇ ਆਉਣ ਲੱਗ ਪੈਣਾ। ਉਹਨਾਂ ਨੇ ਆਪਣੀ ਛੰਨ ਨੂੰ ਅੱਗ ਲਾ ਦੇਣੀ, ਸਾੜ ਦੇਣੀ। ਮੋਹ ਨਹੀਂ ਰੱਖਣਾ ਉਹਦੇ ਨਾਲ ਵੀ ਛੰਨ ਬਣਾਈ ਹੈ, ਇਹਦੇ ਵਿੱਚ ਰਹਿੰਦੇ ਆ, ਇਹ ਰਹਿਣ ਦੀ ਯਾਦਗਾਰ। ਦੁਨੀਆ ਦੇ ਲੋਕ ਬਾਅਦ ਵਿੱਚ ਯਾਦਗਾਰਾਂ ਬਣਾ ਕੇ ਬੈਠ ਜਾਂਦੇ, ਪਰ ਮਹਾਤਮਾ ਨੇ ਨਹੀਂ ਬਣਾਈ ਹੈ। ਉਸ ਕੁਟੀਆ ਨੂੰ ਅੱਗ ਦੇ ਹਵਾਲੇ ਕੀਤਾ ਤੇ ਅੱਗੇ ਚੱਲੇ ਗਿਆ। ਕਿਉਂਕਿ ਸੰਤਾਂ ਦੀ ਪ੍ਰੀਤੀ ਕੇਵਲ ਪਰਮਾਤਮਾ ਨਾਲ ਹੀ ਹੈ, ਝੁੱਗੀ ਝੌਂਪੜੀ ਦੇ ਨਾਲ ਨਹੀਂ, ਘਰ-ਬਾਰ ਦੇ ਨਾਲ ਨਹੀਂ, ਪਰਿਵਾਰ ਰਿਸ਼ਤੇਦਾਰਾਂ ਦੇ ਨਾਲ ਨਹੀਂ ਹੈ। ਸੰਤਨ ਅਵਰ ਨ ਕਾਹੂ ਜਾਨੀ, ਜਿਹੜੇ ਤੇਰੇ ਸੰਤ ਨੇ ਨਾ, ਸ਼ਾਂਤ ਚਿੱਤ ਮਹਾਤਮਾ ਬਾਬਾ ਆਨੰਦ ਸਿੰਘ ਜੀ ਵਰਗੇ ਮਹਾਂਪੁਰਖ, ਕਹਿਣ ਲੱਗੇ ਐਸਿਆਂ ਮਹਾਂਪੁਰਖਾਂ ਨੇ ਜਾਂ ਐਸੇ ਹੋਰ ਜਿਹੜੇ ਮਹਾਂਪੁਰਖ ਨੇ, ਅਵਰ ਨ ਕਾਹੂ ਜਾਨੀ, ਪਰਮਾਤਮਾ ਤੇਰੇ ਤੋਂ ਬਿਨਾਂ ਹੋਰ ਕਿਸੇ ਨਾਲ ਪ੍ਰੀਤੀ ਕਰਨੀ ਉਹਨਾਂ ਨੇ ਜਾਣੀ ਹੀ ਨਹੀਂ ਹੈ। ਜਾਣਦੇ ਹੀ ਨਹੀਂ ਉਹ ਕਿਸੇ ਹੋਰ ਨਾਲ ਪ੍ਰੇਮ ਕਰਨਾ। ਉਹਨਾਂ ਦਾ ਜੇ ਪ੍ਰੇਮ ਬਣਿਆ ਤੇ ਕੇਵਲ ਤੇਰੇ ਨਾਲ ਹੀ ਬਣਿਆ ਹੈ। ਜਿਨ ਪ੍ਰੇਮ ਕੀਓ, ਜਿਨ੍ਹਾਂ ਨੇ ਉਹਦੇ ਨਾਲ ਪ੍ਰੇਮ ਕੀਤਾ, ਫਿਰ ਪ੍ਰਾਪਤੀ ਵੀ ਉਹੀ ਕਰਦੇ, ਪ੍ਰਾਪਤ ਵੀ ਉਹਨਾਂ ਨੂੰ ਹੀ ਹੁੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੰਤ ਸਾਧੂ ਗੁਰਮੁਖ ਜਿਹੜੇ ਨੇ, ਰੱਬ ਤੋਂ ਬਿਨਾਂ ਹੋਰ ਕਿਸੇ ਨਾਲ ਪ੍ਰੀਤੀ ਕਰਨੀ ਜਾਣਦੇ ਨਹੀਂ ਹਨ। ਸਦਾ ਰੰਗ ਹਰ ਕੈ, ਗੁਰਮੁਖੋ ਉਹ ਫਿਰ ਪਰਮਾਤਮਾ ਦੇ ਮੌਜ ਦੇ ਵਿੱਚ ਸਦਾ ਹੀ ਬੇਪਰਵਾਹ ਰਹਿੰਦੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਜੇ ਅਸੀਂ ਘਰ ਦੇ ਨਾਲ ਮੋਹ ਲਾ ਕੇ ਬੈਠੇ ਹਾਂ, ਪਰਿਵਾਰ ਨਾਲ ਮੋਹ ਲਾ ਕੇ ਬੈਠੇ ਹਾਂ, ਸਾਨੂੰ ਪਰਵਾਹ ਹੈ ਦੁਨੀਆਦਾਰੀ ਦੀ। ਗੁਆਂਢੀ ਕੀ ਆਖੇਗਾ, ਚਾਚਾ ਕੀ ਕਹੇਗਾ, ਮਾਮਾ ਕੀ ਕਹੇਗਾ, ਫਲਾਣਾ ਕੁੜਮੁਖ ਕੀ ਕਹੇਗਾ। ਸਾਨੂੰ ਦੁਨੀਆ ਦੀ ਪਰਵਾਹ ਹੈ। ਅਸੀਂ ਕੋਈ ਵੀ ਕੰਮ ਕਰਾਂਗੇ ਪਹਿਲਾਂ ਦੁਨੀਆ ਵੱਲ ਵੇਖੀਦਾ, ਲੋਕ ਕੀ ਕਹਿਣਗੇ। ਤੇ ਲੋਕਾਂ ਤੋਂ ਡਰਦਿਆਂ ਹੋਇਆ ਫਿਰ ਕਈ ਕੰਮ ਅਸੀਂ ਕਰਦੇ ਹੀ ਨਹੀਂ। ਪਰ ਮਹਾਰਾਜ ਕਹਿਣ ਲੱਗੇ ਬੇਪਰਵਾਹ, ਰੱਬ ਦੇ ਜਿਹੜੇ ਭਗਤ ਨੇ ਉਹ ਬੇਪਰਵਾਹ ਰਹਿੰਦੇ। ਜੋ ਮਰਜ਼ੀ ਕੋਈ ਕਹੀ ਜਾਵੇ, ਕੋਈ ਭਲਾ ਕਹੋ ਚਾਹੇ ਬੁਰਾ ਕਹੋ, ਕੋਈ ਚੰਗਾ ਕਵੇ ਕੋਈ ਮਾੜਾ ਕਵੇ, ਜੋ ਕੋਈ ਕਹਿੰਦਾ ਕਹੀ ਜਾਵੇ, ਕੋਈ ਫਰਕ ਨਹੀਂ ਹੈ। ਬੇਪਰਵਾਹ ਨੇ ਦੁਨੀਆਦਾਰੀ ਨਾਲ, ਬੇਖਬਰ ਨੇ। ਦੁਨੀਆਦਾਰੀ ਦੀ ਪਰਵਾਹ ਹੀ ਨਹੀਂ ਸੰਤਾਂ ਨੂੰ। ਲੋਕ ਕੀ ਆਖਦੇ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੇ ਮੜੀਆਂ ਦੇ ਵਿੱਚ ਜਿੱਥੇ ਸੰਸਕਾਰ ਕੀਤਾ ਜਾਂਦਾ ਹੈ, ਉੱਥੇ ਬੈਠ ਗਿਆ। ਲੋਕਾਂ ਨੇ ਬੜੀਆਂ ਤਰ੍ਹਾਂ ਦੀਆਂ ਗੱਲਾਂ ਬਣਾਈਆਂ, ਬੈਠੇ ਰਹੇ, ਜੋ ਕੁਝ ਕਹਿੰਦਾ ਕੋਈ ਕਹੀ ਜਾਵੇ, ਅਸੀਂ ਤੇ ਬੰਦਗੀ ਕਰਨੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਆ ਗਏ। ਹੁਣ ਗੁਰਮੁਖੋ ਰਿਸ਼ਤੇਦਾਰੀ ਸਹੁਰੇ ਜਵਾਈ ਦੀ ਹੈ।
ਆ ਕੇ ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਚੁੱਕਦਾ। ਦੁਨੀਆ ਦੇ ਲੋਕਾਂ ਨੇ ਬੜਾ ਕੁਝ ਆਖਿਆ, ਵੇਖੋ ਕੈਸਾ ਜਵਾਈ ਹੈ, ਸਹੁਰੇ ਘਰ ਦਾ ਗੋਲਾ ਲੱਗ ਗਿਆ, ਸਹੁਰਿਆਂ ਦਾ ਨੌਕਰ ਲੱਗ ਗਿਆ, ਮਿੱਟੀ ਚੁੱਕਦਾ ਫਿਰਦਾ, ਬੜਾ ਕੁਝ ਆਖਿਆ। ਕਹਿਣ ਲੱਗੇ ਜੋ ਕਿਸੇ ਨੇ ਕਹਿਣਾ ਕਹੀ ਜਾਵੇ, ਗੋਲਾ ਕਹਿ ਲੋ, ਦਾਸ ਕਹਿ ਲੋ, ਥੱਲੇ ਲੱਗਾ ਕਹਿ ਲੋ, ਅਣਖ ਹੈ ਨਹੀਂ, ਗੈਰਤ ਹੈ ਨਹੀਂ, ਇੱਜ਼ਤ ਹੈ ਨਹੀਂ, ਜੋ ਮਰਜ਼ੀ ਕਹਿ ਲੋ, ਕਹੀ ਜਾਓ ਜਿਹਨੇ ਕਹਿਣਾ, ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਤੇ ਫਿਰ ਬਚਨ ਆ ਗਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਹੁਣ ਜਿਹੜੇ ਲੋਕਾਂ ਨੇ ਗੱਲਾਂ ਕੀਤੀਆਂ ਵੀ ਸਹੁਰੇ ਘਰ ਤੁਰਿਆ ਫਿਰਦਾ, ਇਹ ਮਿੱਟੀ ਚੁੱਕਦਾ ਫਿਰਦਾ, ਉਹਨਾਂ ਦੇ ਨਾਮ ਨੂੰ ਕੋਈ ਨਹੀਂ ਜਾਣਦਾ ਅੱਜ ਵੀ ਉਹ ਕੌਣ ਸਨ, ਪਰ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਨੂੰ ਤੇ ਸਾਰੇ ਹੀ ਜਾਣਦੇ। ਮਹਾਰਾਜ ਕਹਿਣ ਲੱਗੇ ਬੇਪਰਵਾਹ, ਉਹ ਦੁਨੀਆ ਵੱਲੋਂ ਬੇਪਰਵਾਹ ਹੋ ਜਾਂਦੇ, ਜੋ ਮਰਜ਼ੀ ਕੋਈ ਕਹੀ ਜਾਵੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਪੁੱਛਿਆ ਮਹਾਰਾਜ ਕਿਉਂ ਨਹੀਂ ਕਰਦੇ? ਕਹਿਣ ਲੱਗੇ ਸਦਾ ਰੰਗ ਹਰਕੈ, ਉਹਨਾਂ ਨੂੰ ਪਰਮਾਤਮਾ ਦਾ ਰੰਗ ਕਹੀਏ ਪ੍ਰੇਮ ਲੱਗਾ ਹੋਇਆ, ਉਹ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਨੇ, ਪ੍ਰੇਮ ਦੇ ਵਿੱਚ ਝੂਮਦੇ ਪਏ, ਮਸਤ ਹੋ ਗਏ। ਕੋਈ ਚੰਗਾ ਕਵੇ ਮਾੜਾ ਕਵੇ, ਅਸੀਂ ਕਿਸੇ ਤੋਂ ਕੀ ਲੈਣਾ ਹੈ, ਉਹਦੇ ਰੰਗ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਹੋਣ ਕਰਕੇ ਬੇਪਰਵਾਹ ਰਹਿੰਦੇ ਹਨ। ਤੇ ਗੁਰਮੁਖੋ ਜਿਹੜਾ ਸੁਆਮੀ ਮਾਲਕ ਹੈ ਨਾ, ਫਿਰ ਪੱਖ ਵੀ ਉਹਨਾਂ ਦਾ ਹੀ ਕਰਦਾ, ਉਹਨਾਂ ਦੇ ਪੱਖ ਵਿੱਚ ਆ ਕੇ ਖੜਦਾ। ਜਿਹੜੇ ਲੋਕ ਗੱਲਾਂ ਕਰਦੇ ਉਹਨਾਂ ਦੇ ਪੱਖ ਵਿੱਚ ਨਹੀਂ ਆਉਂਦਾ, ਪੱਖ ਉਹਨਾਂ ਦਾ ਪੂਰਦਾ ਹੈ ਜਿਹੜੇ ਉਹਦੀ ਬੰਦਗੀ ਵਿੱਚ ਲੱਗੇ ਨੇ। ਤੇ ਕਿੰਨੀਆਂ ਸਾਖੀਆਂ ਆਪਾਂ ਸਰਵਣ ਕਰੀਏ ਇਤਿਹਾਸ ਦੇ ਵਿੱਚੋਂ, ਭਗਤਾਂ ਦੀਆਂ, ਗੁਰਮੁਖਾਂ ਦੀਆਂ, ਸਾਧੂਆਂ ਦੀਆਂ। ਪਰਮਾਤਮਾ ਨੇ ਜੇ ਪੱਖ ਲਿਆ ਤੇ ਭਗਤਾਂ ਦਾ ਹੀ ਪੱਖ ਲਿਆ ਹੈ, ਦੁਸ਼ਟਾਂ ਨੂੰ ਸੋਧਾ ਲਾਇਆ। ਉਹ ਭਗਤ ਤਾਂ ਬੇਪਰਵਾਹ ਨੇ, ਕਿਸੇ ਦੀ ਪਰਵਾਹ ਨਹੀਂ ਮੰਨਦੇ, ਤਾਂ ਨਹੀਂ ਮੰਨਦੇ ਸਾਡਾ ਪੱਖ ਕਰਨ ਵਾਲਾ ਪਰਮਾਤਮਾ ਹੈ, ਅਸੀਂ ਕਿਸੇ ਦੀ ਪਰਵਾਹ ਕਿਉਂ ਕਰੀਏ? ਕਿਉਂਕਿ ਉਹਨਾਂ ਨੂੰ ਨਾਮ ਦਾ ਰੰਗ ਲੱਗਾ ਹੋਇਆ, ਨਾਮ ਦੇ ਰੰਗ ਦੇ ਵਿੱਚ ਭਿੱਜੇ ਹੋਏ ਹਨ। ਊਚ ਸਮਾਨਾ ਠਾਕੁਰ ਤੇਰੋ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਐ ਅਕਾਲ ਪੁਰਖ, ਦੁਨੀਆ ਦੇ ਲੋਕਾਂ ਨੇ ਨਿੱਕੇ ਨਿੱਕੇ ਚੰਦੋਏ ਲਾਏ, ਹੰਕਾਰ ਵੱਡਾ ਚੁੱਕੀ ਫਿਰਦੇ, ਮੇਰੇ ਸਿਰ ਤੇ ਚੰਦੋਆ ਲੱਗਦਾ, ਮੇਰੇ ਸਿਰ ਤੇ ਚਾਂਦਨੀ ਲੱਗਦੀ। ਵੱਡੇ ਵੱਡੇ ਜਿਹੜੇ ਅਮੀਰ ਲੋਕ ਨੇ ਨਾ, ਬਹੁਤੇ ਮਾਇਆ ਵਾਲੇ, ਅਰਬਾਂ ਖਰਬਾਂ ਪਤੀ, ਉਹਨਾਂ ਨੇ ਆਪਣੇ ਘਰ ਦੇ ਵਿੱਚ ਜਿਹੜੇ ਬੈਡਰੂਮ ਨੇ ਐਸੇ ਬਣਾਏ, 4 ਚੁਫੇਰੇ, ਬੜੇ ਬੜੇ ਸੋਹਣੇ ਪਰਦੇ ਟੰਗੇ ਹੋਏ, ਸਿਰ ਦੇ ਉੱਪਰ, ਬੈੱਡ ਦੇ ਉੱਪਰ ਬੜੇ ਸੋਹਣੇ ਚੰਦੋਇਆਂ ਦੇ ਵਾਂਗ ਕੱਪੜੇ ਤਾਣੇ ਹੋਏ। ਬੜਾ ਮਾਣ ਹੈ ਵੀ ਮੇਰੇ ਬੈੱਡ ਦੇ ਉੱਪਰ, ਕਮਰੇ ਦੇ ਉੱਪਰ ਕੱਪੜਾ ਮੈਂ ਲਵਾਇਆ ਹੋਇਆ, ਸਾਈਡਾਂ ਤੇ ਲਵਾਇਆ ਹੋਇਆ, ਕੱਪੜਾ ਤੇ ਥੋੜਾ ਜਿਹਾ ਕਮਰੇ ਵਿੱਚ ਲੱਗਾ, ਮਾਣ ਬੜਾ ਵੱਡਾ ਹੈ। ਮਹਾਰਾਜ ਕਹਿਣ ਲੱਗੇ ਪਰਮਾਤਮਾ ਤੇਰੇ ਵਰਗਾ ਤੇ ਚੰਦੋਆ ਕਿਸੇ ਦਾ ਹੋ ਹੀ ਨਹੀਂ ਸਕਦਾ। ਇਹ ਜਿਹੜਾ ਆਕਾਸ਼ ਤਣਿਆ ਹੋਇਆ ਨੀਲੇ ਰੰਗ ਦਾ, ਇਹ ਤੇਰਾ ਚੰਦੋਆ ਹੀ ਹੈ, ਤੇ ਏਡਾ ਵੱਡਾ ਚੰਦੋਆ ਕੌਣ ਲੈ ਕੇ ਆਏਗਾ? ਦੁਨੀਆ ਦੇ ਲੋਕ ਨਿੱਕਾ ਜਿਹਾ ਚੰਦੋਇਆ ਬੰਨ ਕੇ, ਕੱਪੜਾ ਬੰਨ ਕੇ ਮਾਣ ਵੱਡਾ ਕਰਦੇ, ਵੇਖੋ ਮੈਂ ਕਿੱਡਾ ਅਮੀਰ ਹਾਂ, ਮੇਰੇ ਵਰਗਾ ਘਰ ਕਿਸੇ ਦਾ ਨਹੀਂ। ਪਰ ਸਤਿਗੁਰੂ ਕਹਿਣ ਲੱਗੇ ਊਚ ਸਮਾਨਾ, ਤੇਰਾ ਜਿਹੜਾ ਸਮਾਨਾ ਕਹੀਏ ਚੰਦੋਆ ਹੈ ਨਾ, ਆਕਾਸ਼, ਇਹ ਜਿੱਥੇ ਵੱਡਾ ਹੈ ਉੱਥੇ ਉੱਚਾ ਵੀ ਹੈ, ਹੱਥ ਵੀ ਨਹੀਂ ਕਿਸੇ ਦਾ ਪਹੁੰਚੇਗਾ। ਦੁਨੀਆ ਦੇ ਲੋਕਾਂ ਦੇ ਚੰਦੋਏ ਕੱਪੜੇ ਵੀ ਛੋਟੇ ਨੇ, ਹੱਥ ਵੀ ਲੱਗ ਜਾਏਗਾ, ਪੌੜੀ ਲੱਗ ਜਾਏਗੀ। ਜਿਹੜਾ ਚੰਦੋਇਆ ਪਰਮਾਤਮਾ ਤੇਰੇ ਬੱਧਾ ਹੋਇਆ ਨਾ, ਨਾ ਉਹਨੂੰ ਕੋਈ ਪੌੜੀ ਲੱਗਦੀ ਹੈ, ਨਾ ਉਹਦੀ ਕੋਈ ਮਿੰਤੀ ਹੈ। ਊਚ ਸਮਾਨਾ ਠਾਕੁਰ ਤੇਰੋ, ਇਹ ਠਾਕੁਰ ਅਕਾਲ ਪੁਰਖ ਆਪ ਜੀ ਦਾ ਆਕਾਸ਼ ਰੂਪੀ ਚੰਦੋਇਆ ਸਭ ਤੋਂ ਉੱਚਾ ਹੈ, ਤੇ ਆਕਾਸ਼ ਰੂਪੀ ਚੰਦੋਇਆ ਸਭ ਤੋਂ ਵੱਡਾ ਹੈ। ਇਹਦੇ ਬਰਾਬਰ ਦਾ ਚੰਦੋਇਆ ਉੱਚਾ ਨਾ ਵੱਡਾ ਕਿਸੇ ਕੋਲ ਹੈ। ਨਾਲ ਹੀ ਬਚਨ ਕੀਤਾ, ਇਹ ਜਿਹੜੀਆਂ 10 ਦਿਸ਼ਾਵਾਂ ਨੇ ਨਾ, ਉੱਤਰ ਪੂਰਬ ਦੱਖਣ, ਇਹ 4 ਦਿਸ਼ਾਵਾਂ ਤੇ 4 ਕੋਨਾਂ ਨੇ, 8 ਤੇ 9ਵੀਂ ਧਰਤੀ ਤੇ 10ਵਾਂ ਆਕਾਸ਼ ਹੈ। ਇਹ ਜਿਹੜੀਆਂ 10 ਦਿਸ਼ਾਵਾਂ ਹੁੰਦੀਆਂ ਨਾ, ਇਹ 4 ਚੁਫੇਰੇ ਕਨਾਤਾਂ ਲੱਗੀਆਂ ਨੇ, ਕੱਲਾ ਚੰਦੋਇਆ ਹੀ ਨਹੀਂ ਤਾਣਿਆ। ਇਹ 10 ਦਿਸ਼ਾਵਾਂ 4 ਚੁਫੇਰੇ ਕਨਾਤਾਂ ਨੇ। ਐਸਾ ਤੇਰਾ ਮਹਿਲ ਹੈ ਜਿੱਥੇ ਤੂੰ ਬੈਠਾ ਹੋਇਆ। ਅਵਰ ਨਾ ਕਾਹੂ ਤਾਨੀ, ਤੇਰੇ ਬਿਨਾ ਕੋਈ ਇਹੋ ਜਿਹਾ ਚੰਦੋਇਆ ਤਾਣ ਹੀ ਨਹੀਂ ਸਕਦਾ।
ਤੇਰੇ ਬਿਨਾ ਕੋਈ ਇਹੋ ਜਿਹੀਆਂ ਕਨਾਤਾਂ ਲਾ ਹੀ ਨਹੀਂ ਸਕਦਾ, ਤੇਰੇ ਬਿਨਾ ਕੋਈ ਇਹੋ ਜਿਹਾ ਘਰ ਬਣਾ ਹੀ ਨਹੀਂ ਸਕਦਾ। ਐਡੇ ਵੱਡੇ ਘਰ ਦਾ ਤੂੰ ਮਾਲਕ ਹੈ, ਸਾਰੇ ਬ੍ਰਹਿਮੰਡ ਦੇ ਵਿੱਚ ਸਮਾਇਆ ਹੋਇਆ। ਊਚ ਸਮਾਨਾ ਠਾਕੁਰ ਤੇਰੋ ਹੈ, ਠਾਕੁਰ ਪ੍ਰਮਾਤਮਾ ਆਪ ਜੀ ਦਾ ਆਕਾਸ਼ ਰੂਪੀ ਚੰਦੋਇਆ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ। ਅਵਰ ਨਾ ਕਾਹੂ ਤਾਨੀ, ਦਸਾਂ ਦਿਸ਼ਾਵਾਂ ਜਿਹੜੀਆਂ ਨੇ ਇਹ ਪਰਦੇ ਟੰਗੇ ਹੋਏ ਨੇ, ਚਾਨਣੀਆਂ ਲੱਗੀਆਂ ਹੋਈਆਂ ਨੇ। ਕਹਿਣ ਲੱਗੇ ਇਹੋ ਜਿਹਾ ਚੰਦੋਆ ਨਾ ਕੋਈ ਬੰਨ ਸਕਦਾ, ਨਾ ਕੋਈ ਇਹੋ ਜਿਹੀਆਂ ਚਾਨਣੀਆਂ ਤਾਣ ਸਕਦਾ। ਦੁਨੀਆ ਦੇ ਲੋਕ ਛੋਟਾ ਕੰਮ ਕਰਕੇ ਮਾਣ ਵੱਡਾ ਕਰਦੇ, ਤੇਰੇ ਕੰਮ ਹੀ ਵੱਡੇ ਨੇ, ਤੇ ਮਾਣ ਤੇਰੇ ਤੇ ਭਗਤਾਂ ਨੂੰ ਹੋਵੇ ਕਿਵੇਂ ਨਾ। ਫਿਰ ਬਖਸ਼ਿਸ਼ ਕਰਦੇ ਹਨ। ਊਚ ਸਮਾਨਾ ਠਾਕੁਰ ਤੇਰੋ। ਮਹਾਰਾਜ ਬਖਸ਼ਿਸ਼ ਕਰਦੇ, ਇਹ ਜਸ ਰੂਪੀ ਚੰਦੋਇਆ ਵੀ ਤੇਰਾ ਵੱਡਾ ਹੈ। ਆਪਾਂ ਦੁਨੀਆ ਦਾ ਜਸ ਕਰਦੇ ਨਾ, ਫਲਾਣਾ ਬੰਦਾ ਬੜਾ ਚੰਗਾ, ਇਹਦੇ ਵਰਗਾ ਨੇਕ ਇਨਸਾਨ ਤੇ ਹੋ ਹੀ ਨਹੀਂ ਸਕਦਾ। ਕਈ ਵਾਰੀ ਜਸ ਇੰਨਾ ਵੱਡਾ ਕਰ ਦਿੱਤਾ, ਬੰਦਾ ਇੰਨੇ ਜੋਗਾ ਹੁੰਦਾ ਨਹੀਂ ਜਿੰਨੀ ਉਹਦੀ ਤਾਰੀਫ ਹੋ ਜਾਂਦੀ ਹੈ। ਉਹ ਬੰਦਾ ਆਪਣੇ ਮਨ ਵਿੱਚ ਵੀ ਸੋਚਦਾ ਵੀ ਮੈਂ ਇੰਨੇ ਕੰਮ ਕੀਤੇ ਤਾਂ ਨਹੀਂ ਜਿੰਨੇ ਲੋਕਾਂ ਨੇ ਗਿਣਾ ਦਿੱਤੇ। ਅੱਧਿਓਂ ਵੱਧ ਮੈਂ ਲੋਕਾਂ ਨੂੰ ਝੂਠ ਬੋਲੇ, ਅੱਧਿਓਂ ਵੱਧ ਮੈਂ ਠੱਗੀਆਂ ਮਾਰੀਆਂ। ਉਹਨਾਂ ਠੱਗੀਆਂ ਨੂੰ, ਝੂਠਾਂ ਨੂੰ ਵੀ ਲੋਕਾਂ ਨੂੰ ਇਹ ਸੋਨੇ ਵਰਗਾ ਬਣਾ ਕੇ ਦੱਸਿਆ ਵੀ ਇਹਦੇ ਵਰਗਾ ਹੈ ਕੋਈ। ਜਿੰਨਾ ਜਸ ਕਿਸੇ ਦਾ ਕੀਤਾ ਜਾਂਦਾ ਹੈ, ਉਹਨੇ ਜਸ ਦਾ ਉਹ ਪਾਤਰ ਨਹੀਂ ਹੈ। ਜਸ ਕੀਰਤ ਜਗ ਲੈ, ਦੁਨੀਆ ਤੇ ਜਸ ਵੀ ਲੈ ਲਿਆ, ਦੁਨੀਆ ਤੇ ਕੀਰਤੀ ਲੈ ਲਈ। ਜਸ ਹੁੰਦਾ ਗੁਰਮੁਖੋ ਜਿਹੜਾ ਕਿਸੇ ਦੇ ਕੋਲ ਬੈਠਿਆਂ ਮੂੰਹ ਤੇ ਕਹਿਣਾ ਇਹ ਬੰਦਾ ਬੜਾ ਹੀ ਚੰਗਾ, ਬੜਾ ਨੇਕ ਦਿਲ ਹੈ, ਬੜਾ ਪਰਉਪਕਾਰੀ ਹੈ। ਸਾਹਮਣੇ ਬਿਠਾ ਕੇ ਗੱਲ ਕਰਨੀ, ਚਾਰ ਬੰਦਿਆਂ ਦੇ ਵਿੱਚ ਉਹਨੂੰ ਕਹਿੰਦੇ ਜਸ ਕੀਤਾ, ਕਿਸੇ ਦਾ ਵਡਿਆਈ ਕੀਤੀ। ਜਦੋਂ ਬੰਦਾ ਉੱਠ ਕੇ ਚਲਾ ਜਾਵੇ, ਵਿੱਚ ਨਾ ਬੈਠਾ ਹੋਵੇ, ਫਿਰ ਵੀ ਉਹਦੀ ਵਡਿਆਈ ਕਰਨੀ ਵੀ ਇਹ ਜਿਹੜਾ ਬੰਦਾ ਚਲੇ ਗਿਆ ਨਾ, ਇਹਦੇ ਵਰਗਾ ਵਾਕਿਆ ਹੀ ਕੋਈ ਚੰਗਾ ਨਹੀਂ, ਇਹ ਬੜਾ ਪਰਉਪਕਾਰੀ। ਉਹਨੂੰ ਕਿਹਾ ਜਾਂਦਾ ਕੀਰਤੀ ਕਰਨੀ, ਪਿੱਠ ਪਿੱਛੇ ਗੱਲ ਕਰਨੀ ਵਡਿਆਈ ਵਾਲੀ, ਉਹਨੂੰ ਕੀਰਤੀ ਆਖਿਆ ਜਾਂਦਾ। ਸਾਹਮਣੇ ਮੂੰਹ ਤੇ ਗੱਲ ਕਰਨੀ ਵਡਿਆਈ ਵਾਲੀ, ਉਹਨੂੰ ਜਸ ਆਖਿਆ ਜਾਂਦਾ। ਮਹਾਰਾਜ ਕਹਿਣ ਲੱਗੇ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ। ਐਸੇ ਵਿਅਕਤੀ ਨੂੰ ਜੇ ਪ੍ਰਮਾਤਮਾ ਫਿਰ ਵੀ ਨਜ਼ਰ ਨਹੀਂ ਆਇਆ ਤੇ ਤੇਰੀ ਪਰਲੋਕ ਵਿੱਚ ਕਿਸੇ ਨੇ ਗੱਲ ਨਹੀਂ ਪੁੱਛਣੀ, ਬਾਤ ਨਹੀਂ ਪੁੱਛਣੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਊਚ ਸਮਾਨਾ ਠਾਕੁਰ ਤੇਰੋ, ਐ ਠਾਕੁਰ ਅਕਾਲ ਪੁਰਖ ਆਪ ਜੀ ਦਾ ਜਸ ਰੂਪੀ ਚੰਦੋਇਆ ਸਭ ਤੋਂ ਵੱਡਾ ਹੈ। ਤੁਹਾਡਾ ਜਸ ਦੁਨੀਆ ਤੁਹਾਡੇ ਸਾਹਮਣੇ ਵੀ ਕਹਿੰਦੀ ਆ ਕੇ ਅਰਦਾਸਾਂ ਕਰਦੀ ਹੈ, ਅਤੇ ਆਪਣੇ ਘਰਾਂ ਦੇ ਵਿੱਚ ਜਾ ਕੇ ਵੀ ਕੋਈ ਬਾਣੀ ਪੜ੍ਹਦਾ, ਕੋਈ ਨਾਮ ਜਪਦਾ, ਕੋਈ ਸਿਮਰਨ ਕਰਦਾ, ਕੋਈ ਪਰਉਪਕਾਰ ਕਰਦਾ, ਕੋਈ ਅਰਦਾਸ ਕਰਦਾ ਪਿਆ। ਤੇਰਾ ਜਸ ਇੰਨਾ ਵੱਡਾ ਹੈ, ਦੁਨੀਆ ਦੇ ਲੋਕ ਜਸ ਕਰਕੇ ਥੱਕ ਜਾਣਗੇ ਪਰ ਤੇਰਾ ਜਸ ਮੁੱਕੇਗਾ ਨਹੀਂ। ਅੰਤ ਨਾ ਸਿਫਤੀ ਕਹਿਨ ਨਾ ਅੰਤ, ਅੰਤ ਨਾ ਕਰਨਾ ਦੇਨ ਨਾ ਅੰਤ। ਤੇਰਾ ਜਸ ਕਿਸੇ ਤਰ੍ਹਾਂ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ, ਨਾ ਦੇਣ ਵਿੱਚ, ਨਾ ਭੋਗਣ ਵਿੱਚ, ਨਾ ਮੰਨਣ ਵਿੱਚ। ਆਪ ਜੀ ਦਾ ਜਸ ਬਹੁਤ ਵੱਡਾ ਹੈ, ਜਸ ਰੂਪੀ ਚੰਦੋਆ ਤਨਿਆ ਹੋਇਆ। ਅਵਰ ਨਾ ਕਾਹੂ ਤਾਨੀ, ਤੇ ਭਗਤੀ ਰੂਪੀ ਕਨਾਤਾਂ ਨੇ। ਆਪ ਜੀ ਦਾ ਜਸ ਚੰਦੋਆ ਹੈ, ਭਗਤੀ ਦੀਆਂ ਕਨਾਤਾਂ ਨੇ, ਸਾਈਡਾਂ ਤੇ ਲੱਗੀਆਂ ਹੋਈਆਂ ਚਾਨਣੀਆਂ ਨੇ। ਪਰ ਮਹਾਰਾਜ ਇਹ ਭਗਤੀ ਨੂੰ ਤੇਰੇ ਭਗਤਾਂ ਨੇ ਕੀਤਾ, ਨਾਮ ਜਪਣ ਵਾਲਿਆਂ ਨੇ ਨਾਮ ਨੂੰ ਜਪਿਆ। ਤੇਰੇ ਭਗਤਾਂ ਬਿਨਾਂ ਐਸੀਆਂ ਭਗਤੀ ਦੀਆਂ ਕਨਾਤਾਂ ਨੂੰ ਤਾਣ ਵੀ ਕੌਣ ਸਕਦਾ ਹੈ। ਇਹ ਤੇਰੇ ਭਗਤ ਉਹਨਾਂ ਨੂੰ ਤਾਣ ਕੇ ਖਿੱਚ ਕੇ ਬੈਠੇ ਹੋਏ ਭਗਤੀ ਨੂੰ ਆਪਣੀ ਤਰਫ। ਜਿਵੇਂ ਗੁਰਮੁਖੋ ਚਾਂਦਨੀ ਨੂੰ ਰੱਸੇ ਨਾਲ ਖਿੱਚਿਆ ਜਾਂਦਾ ਨਾ, ਖਿੱਚ ਕੇ ਬੰਨਿਆ ਜਾਂਦਾ ਵੀ ਹਿੱਲੇ ਨਾ ਡਿੱਗੇ ਨਾ, ਇਸੇ ਤਰ੍ਹਾਂ ਤੇਰੀ ਭਗਤੀ ਰੂਪੀ ਜਿਹੜੀ ਚਾਂਦਨੀ ਹੈ ਉਹਨੂੰ ਤੇਰੇ ਭਗਤਾਂ ਰੂਪੀ ਰੱਸਿਆਂ ਨੇ ਆਪਣੇ ਨਾਲ ਬੱਧਾ ਹੋਇਆ। ਜਸ ਵਿੱਚ ਲੱਗੇ ਹੋਏ, ਸਿਫਤ ਵਿੱਚ ਲੱਗੇ ਹੋਏ। ਸਤਿਗੁਰੂ ਐਸਾ ਆਪ ਜੀ ਦਾ ਜਸ ਹੈ। ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ, ਐਸਾ ਜਸ ਹੋਰ ਕਿਸੇ ਦਾ ਨਹੀਂ ਹੋ ਸਕਦਾ ਹੈ। ਐਸੋ ਅਮਰ ਮਿਲਿਓ ਭਗਤਨ ਕੋ। ਸੋ ਗੁਰਮੁਖੋ ਐਸਾ ਜੋ ਪ੍ਰਮਾਤਮਾ ਹੈ, ਅਮਰ ਨਾਮ ਪ੍ਰਮਾਤਮਾ ਦਾ, ਐਸਾ ਪ੍ਰਮਾਤਮਾ ਜਿਹੜਾ ਭਗਤਾਂ ਨੂੰ ਮਿਲਿਆ ਹੋਇਆ ਹੈ। ਰੰਗ ਗਿਆਨੀ, ਜਿਹੜੇ ਗਿਆਨੀ ਪੁਰਸ਼ ਨੇ, ਗਿਆਨਵਾਨ, ਉਹ ਆਪ ਜੀ ਦੇ ਰੰਗ ਕਹੀਏ ਪ੍ਰੇਮ ਦੇ ਵਿੱਚ ਰਚੇ ਹੋਏ, ਮਿਚੇ ਹੋਏ, ਰਚੇ ਮਿਚੇ ਹੋਏ ਨੇ ਆਪ ਜੀ ਦੇ ਪ੍ਰੇਮ ਦੇ ਵਿੱਚ। ਆਪ ਜੀ ਦਾ
ਇਹ ਪਰਮਾਤਮਾ ਜਸ ਬੜਾ ਵੱਡਾ ਹੈ, ਤੁਹਾਡੇ ਭਗਤ ਤੁਹਾਡੇ ਰੰਗ ਦੇ ਵਿੱਚ ਪ੍ਰੇਮ ਦੇ ਵਿੱਚ ਰੰਗੇ ਹੋਏ ਫਿਰ ਬਖਸ਼ਿਸ਼ ਕਰਦੇ ਹਨ। ਐਸੋ ਅਮਰ ਮਿਲਿਓ ਭਗਤਨ ਕੋ। ਗੁਰਮੁਖੋ, ਪਰਮਾਤਮਾ ਨੇ ਆਪਣੇ ਭਗਤਾਂ ਨੂੰ ਅਮਰ ਕਹੀਏ ਐਸਾ ਰਾਜ ਬਖਸ਼ਿਆ। ਭਗਤਾਂ ਦਾ ਰਾਜ ਸਾਰੀ ਦੁਨੀਆ ਤੇ ਹੀ ਹੈ, ਸਾਰੀ ਕਾਇਨਾਤ ਤੇ ਹੀ ਹੈ। ਜਿੱਥੇ ਹੁਕਮ ਕਰਨ, ਦੁਨੀਆ ਦਾ ਰਾਜੇ ਦਾ ਰਾਜ ਇੱਥੇ ਚੱਲਦਾ। ਇੱਕ ਰਿਆਸਤ ਦਾ ਮਾਲਕ ਹੋ ਸਕਦਾ, ਇੱਕ ਦੇਸ਼ ਦਾ ਮਾਲਕ ਹੋ ਸਕਦਾ, ਉਸ ਤੋਂ ਅੱਗੇ ਉਹਦਾ ਹੁਕਮ ਚੱਲਦਾ ਨਹੀਂ। ਅੱਗੇ ਤੇ ਫਿਰ ਉਹਨੂੰ ਬੇਨਤੀ ਕਰਨੀ ਪੈਂਦੀ ਹੈ। ਪਰਲੋਕ ਦੇ ਵਿੱਚ ਤੇ ਬਿਲਕੁਲ ਹੀ ਨਹੀਂ ਚੱਲਦਾ। ਰੱਬ ਦਿਆਂ ਭਗਤਾਂ ਦਾ ਇੱਥੇ ਵੀ ਨਾਮ ਚੱਲਦਾ, ਇੱਥੇ ਵੀ ਬਚਨ ਪੂਰੇ ਹੁੰਦੇ, ਪਰਲੋਕ ਵਿੱਚ ਵੀ ਹੁੰਦੇ। ਸਾਡੇ ਸਾਹਮਣੇ ਦੋ ਸਾਖੀਆਂ ਨੇ ਇਤਿਹਾਸ ਵਿੱਚੋਂ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਇੱਕ ਘਾਈ ਸਿੱਖ ਆ ਗਿਆ ਨਾ, ਇੱਕ ਟਕਾ ਲੈ ਕੇ। ਪਹਿਲਾਂ ਜਹਾਂਗੀਰ ਦੇ ਕੋਲ ਗਿਆ, ਮੈਨੂੰ ਪਰਲੋਕ ਦਾ ਸੁੱਖ ਦੇ ਦਿਓ, ਮੁਕਤੀ ਦੇ ਦਿਓ। ਤੇ ਜਹਾਂਗੀਰ ਨੇ ਆਖਿਆ ਨਹੀਂ, ਪਰਲੋਕ ਦੀ ਮੁਕਤੀ ਦੇਣੀ ਮੇਰੇ ਹੱਥ ਵਿੱਚ ਨਹੀਂ ਹੈ। ਮੈਨੂੰ ਤੇ ਆਪ ਨੂੰ ਨਹੀਂ ਪਤਾ ਮੈਂ ਮੁਕਤ ਹੋਣਾ ਕਿ ਨਹੀਂ ਹੋਣਾ, ਤੈਨੂੰ ਕਿਵੇਂ ਦੇ ਦਿਆਂ। ਉਹੀ ਟਕਾ ਚੁੱਕਿਆ ਤੇ ਗੁਰੂ ਪਾਤਸ਼ਾਹ ਦੇ ਕੋਲ ਆ ਗਿਆ। ਮਹਾਰਾਜ, ਪਰਲੋਕ ਦੇ ਵਿੱਚ ਮੁਕਤੀ ਚਾਹੀਦੀ ਹੈ। ਸਤਿਗੁਰੂ ਕਹਿੰਦੇ ਤੈਨੂੰ ਵੀ ਮੁਕਤੀ ਦਿੱਤੀ, ਤੇਰੇ ਪਰਿਵਾਰ ਨੂੰ ਵੀ ਮੁਕਤ ਕੀਤਾ। ਬਚਨ ਆ ਗਿਆ, ਕਹਿਣ ਲੱਗੇ ਇਹ ਰਾਜ ਪ੍ਰਮਾਤਮਾ ਨੇ ਸੰਤਾਂ ਨੂੰ ਦਿੱਤਾ ਹੈ। ਉਹਨਾਂ ਦਾ ਰਾਜ ਏਡਾ ਵੱਡਾ ਹੈ, ਐਸ ਲੋਕ ਦੇ ਵਿੱਚ ਵੀ ਉਹਨਾਂ ਦੇ ਬਚਨ ਪੂਰੇ ਹੁੰਦੇ ਤੇ ਪਰਲੋਕ ਦੇ ਵਿੱਚ ਵੀ ਪੂਰੇ ਹੁੰਦੇ। ਜੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਖਿਆ ਨਾ ਵੀ ਤੇਰਾ ਪਰਲੋਕ ਦੇ ਵਿੱਚ ਪਰਿਵਾਰ ਤਰ ਗਿਆ, ਮੁਕਤ ਹੋ ਗਿਆ, ਸਮਝ ਲਓ ਵੀ ਤਰ ਗਿਆ ਹੈ, ਮੁਕਤ ਹੋ ਗਿਆ, ਇਹਦੇ ਵਿੱਚ ਸ਼ੰਕਾ ਕੋਈ ਨਹੀਂ ਰਹਿ ਗਿਆ। ਦੁਨੀਆ ਦਾ ਰਾਜੇ ਦਾ ਰਾਜ ਇੱਕ ਦੇਸ਼ ਵਿੱਚ ਚੱਲਦਾ ਹੈ, ਦੂਜੇ ਰਾਜ ਵਿੱਚ ਸਿਫਾਰਿਸ਼ ਚੱਲਦੀ ਹੈ, ਹੁਕਮ ਨਹੀਂ ਚੱਲਦਾ। ਪਰਮਾਤਮਾ ਦੇ ਭਗਤਾਂ ਦਾ ਰਾਜ ਬਚਨ ਹਰੇਕ ਥਾਂ ਤੇ ਚੱਲਦਾ ਹੈ, ਲੋਕ ਵਿੱਚ ਵੀ ਚੱਲਦਾ ਤੇ ਪਰਲੋਕ ਵਿੱਚ ਵੀ ਚੱਲਦਾ। ਐਸਾ ਰਾਜ ਬਖਸ਼ਿਆ ਉਸ ਪਰਮਾਤਮਾ ਨੇ ਆਪਣੇ ਭਗਤਾਂ ਨੂੰ। ਜਾਂ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੇ। ਮਹਾਰਾਜ ਜੀਆਂ ਦਾ ਬਚਨ ਹੈ, ਜਿਹਦਾ ਹੁਕਮ ਲੋਕ ਵਿੱਚ ਵੀ ਚੱਲੇ ਪਰਲੋਕ ਵਿੱਚ ਵੀ ਚੱਲੇ। ਫਿਰ ਉਹ ਆਪਣੀ ਨਜ਼ਰ ਦੇ ਥੱਲੇ ਕਿਸੇ ਨੂੰ ਲਿਆਉਂਦਾ ਨਹੀਂ, ਕਿਸੇ ਦੀ ਪਰਵਾਹ ਨਹੀਂ ਉਹ ਕਰਦਾ, ਕਿਉਂਕਿ ਰੱਬ ਉਹਦੀਆਂ ਗੱਲਾਂ ਮੰਨਦਾ ਪਿਆ। ਐਸੋ ਅਮਰ ਮਿਲਿਓ ਭਗਤਨ ਕੋ, ਜਿਹੜੇ ਭਗਤ ਨੇ ਉਹਨਾਂ ਨੂੰ ਐਸਾ ਰਾਜ ਪ੍ਰਮਾਤਮਾ ਨੇ ਲੋਕ ਪਰਲੋਕ ਦਾ ਬਖਸ਼ਿਆ ਹੈ। ਰਾਜ ਰਹੇ ਰੰਗ ਗਿਆਨੀ। ਉਹ ਜਿਹੜੇ ਗਿਆਨੀ ਪੁਰਸ਼ ਨੇ ਨਾ, ਉਹ ਫਿਰ ਤੇਰੇ ਰੰਗ ਦੇ ਵਿੱਚ ਰੰਗੇ ਹੋਏ, ਤੇਰੇ ਨਾਮ ਦੇ ਵਿੱਚ ਮਸਤ ਹੋਏ, ਝੂਮਦੇ ਪਏ। ਉਹਨਾਂ ਨੂੰ ਦੁਨੀਆਦਾਰੀ ਦੀ, ਕਾਣ ਕਨੌੜ ਦੀ ਕੋਈ ਪਰਵਾਹ ਨਹੀਂ ਹੈ। ਉਹਨਾਂ ਨੂੰ ਰੰਗ ਹੀ ਇਹੋ ਜਿਹਾ ਚੜਿਆ ਕਿ ਦੁਨੀਆਦਾਰੀ ਦੇ ਵੱਲੋਂ ਦੇਖਦੇ ਨਹੀਂ, ਐਸੇ ਨਾਮ ਦੇ ਵਿੱਚ ਰੰਗੇ ਹੋਏ ਹਨ। ਰੋਗ ਸੋਗ ਦੁੱਖ ਜਰਾ ਮਰਾ। ਗੁਰਮੁਖੋ, ਉਹਨਾਂ ਗੁਰਮੁਖਾਂ ਦੇ ਲਾਗੇ ਜੇ ਆਪਾਂ ਸਰੀਰ ਕਰਕੇ ਆਖੀਏ ਤੇ ਸਰੀਰ ਕਰਕੇ ਵੀ ਰੋਗ ਉਹਨਾਂ ਦੇ ਨੇੜੇ ਨਹੀਂ ਆਉਂਦਾ, ਸਗੋਂ ਦੂਜਿਆਂ ਦੇ ਰੋਗ ਨੂੰ ਦੂਰ ਕਰ ਦਿੰਦੇ। ਜੇ ਕੋਈ ਉਹਨਾਂ ਦੀ ਸ਼ਰਨ ਵਿੱਚ ਆ ਜਾਵੇ ਨਾ ਕਿ ਮੈਨੂੰ ਇਹ ਰੋਗ ਲੱਗਾ ਹੋਇਆ, ਤੇ ਉਹ ਗੁਰਮੁਖ ਦੂਜਿਆਂ ਦਾ ਰੋਗ ਦੂਰ ਕਰਨ ਦੀ ਸਮਰੱਥਾ ਰੱਖਦੇ ਨੇ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ ਨਾ, ਵਜ਼ੀਰ ਖਾਨ ਦੇ ਜਲੋਧਰ ਦਾ ਰੋਗ ਦੂਰ ਕੀਤਾ। ਮਿੱਟੀ ਦੀ ਭਰੀ ਹੋਈ ਟੋਕਰੀ ਢਿੱਡ ਦੇ ਨਾਲ ਮਾਰ ਕੇ ਉਹਦਾ ਰੋਗ ਦੂਰ ਕਰ ਦਿੱਤਾ। ਕਹਿਣ ਲੱਗੇ ਗੁਰਮੁਖ ਐਸੇ ਨੇ, ਆਪ ਤੇ ਰੋਗ ਤੋਂ ਮੁਕਤ ਹੋ ਸਕਦੇ ਜਦੋਂ ਮਰਜੀ, ਪਰ ਜਿਹੜਾ ਸ਼ਰਨ ਵਿੱਚ ਆ ਜਾਵੇ ਉਹਨੂੰ ਵੀ ਰੋਗ ਤੋਂ ਮੁਕਤ ਕਰ ਦਿੰਦਾ। ਜਿਹੜਾ ਸ਼ਰਨ ਵਿੱਚ ਆ ਜਾਵੇ ਉਹਨੂੰ ਸ਼ਰਾਪ ਤੋਂ ਵੀ ਮੁਕਤ ਕਰ ਦਿੰਦੇ ਨੇ। ਐਸਾ ਇਹ ਗੁਰਮੁਖਾਂ ਦਾ ਪ੍ਰਤਾਪ ਹੈ। ਬਾਬਾ ਪ੍ਰਿਥੀ ਚੰਦ ਨੇ ਆਖਿਆ, ਮੈਂ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਪੁੱਤਰ ਹਾਂ ਤੇ ਮੈਂ ਸ਼ਰਾਪ ਦਿੰਦਾ ਹਾਂ ਕਿ ਮੇਰੇ ਛੋਟੇ ਘਰ ਦੇ, ਮੇਰੇ ਛੋਟੇ ਭਰਾ ਦੇ ਘਰ ਦੇ ਵਿੱਚ ਪੁੱਤਰ ਨਹੀਂ ਹੋਵੇਗਾ। ਇਹ ਮੇਰਾ ਸ਼ਰਾਪ ਹੈ। ਸੰਗਤਾਂ ਸਿੱਖਾਂ ਨੇ ਸੁਣਿਆ, ਸਾਰੇ ਡਰ ਗਏ। ਇਹ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਪੁੱਤਰ ਹੈ, ਜੇ ਇਹਦੇ ਮੂੰਹੋਂ ਗੱਲ ਨਿਕਲੀ ਹੈ ਇਹ ਤੇ ਪੂਰੀ ਹੋਵੇਗੀ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਸੰਤਾਨ ਹੋਣੀ ਨਹੀਂ ਹੈ। ਇਹ ਗੱਲ ਜਦੋਂ ਸੰਗਤਾਂ ਵਿੱਚ ਫੈਲੀ ਨਾ ਗੁਰਮੁਖੋ, ਤੇ ਮਾਤਾ ਗੰਗਾ ਜੀ ਸੁਣ ਕੇ ਬੜੇ ਉਦਾਸ ਹੋਏ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਹੁਣ ਤੇ ਸ਼ਰੀਕ ਸ਼ਰਾਪ ਵੀ ਦਿੰਦੇ, ਮਿਹਣਾ ਵੀ ਦਿੰਦੇ ਪਏ, ਆਪ ਜੀ ਕਿਰਪਾ ਕਰੋ। ਤੇ ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਬਖਸ਼ਿਸ਼ ਵਡਿਆਈ ਦੇਣ ਵਾਸਤੇ ਉਹਨਾਂ ਦੇ ਕੋਲ ਭੇਜਿਆ। ਤੇ ਗੁਰਮੁਖੋ, ਇੱਕ ਪਾਸੇ ਤੇ ਸ਼ਰਾਪ ਮਿਲਿਆ ਵੀ ਪੁੱਤਰ ਹੋਣਾ ਹੀ ਨਹੀਂ,
ਬਾਬਾ ਬੁੱਢਾ ਸਾਹਿਬ ਨੇ ਆਖਿਆ, ਕਹਿਣ ਲੱਗੇ ਮਾਤਾ ਗੰਗਾ ਜੀ, ਪੁੱਤਰ ਐਸਾ ਬਲ ਵਾਲਾ ਪੈਦਾ ਹੋਵੇਗਾ ਜਿਵੇਂ ਅਸੀਂ ਗੰਢੇ ਨੂੰ ਮੁੱਕੀ ਮਾਰ ਕੇ ਭੰਨਿਆ, ਇਹ ਦੁਸ਼ਮਣਾਂ ਦੇ ਸਿਰ ਇਸ ਤਰ੍ਹਾਂ ਭੰਨ ਦਿਆ ਕਰੇਗਾ। ਕੱਲਾ ਪੁੱਤਰ ਹੀ ਨਹੀਂ ਪੈਦਾ ਹੋਵੇਗਾ, ਮਹਾਬਲੀ ਪੈਦਾ ਹੋਵੇਗਾ। ਸੰਤ ਐਸੇ ਹੋਇਆ ਕਰਦੇ ਜਿਹੜੇ ਦੂਜਿਆਂ ਦੇ ਦੁੱਖ ਨੂੰ ਤੇ ਰੋਗ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੇ, ਜਿਹੜੇ ਦਿੱਤੇ ਹੋਏ ਸ਼ਰਾਪ ਨੂੰ ਮੋੜਨ ਦੀ ਸਮਰੱਥਾ ਵੀ ਰੱਖਦੇ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅਵਤਾਰ ਹੋਇਆ, ਲੋਕਾਂ ਨੇ ਪੁੱਛਿਆ, ਬਾਬਾ ਪ੍ਰਿਥੀ ਚੰਦ ਤੁਸੀਂ ਆਖਦੇ ਸੀ ਹੋਣਾ ਕੁਝ ਨਹੀਂ ਹੈ, ਇੱਥੇ ਤੇ ਮਹਾਬਲੀ ਪੁੱਤਰ ਪੈਦਾ ਹੋਇਆ। ਤੇ ਬਾਬਾ ਪ੍ਰਿਥੀ ਚੰਦ ਆਪ ਕਹਿੰਦੇ ਸੰਗਤਾਂ ਨੂੰ, ਕਹਿਣ ਲੱਗੇ ਬਚਨ ਤੇ ਮੇਰਾ ਜ਼ਰੂਰ ਪੂਰਾ ਹੋਣਾ ਸੀ, ਸ਼ੱਕ ਕੋਈ ਨਹੀਂ ਹੈ, ਪਰ ਬਾਬਾ ਬੁੱਢਾ ਸਾਹਿਬ ਦੇ ਅੱਗੇ ਮੇਰਾ ਬਚਨ ਚੱਲਿਆ ਨਹੀਂ। ਉਹਨਾਂ ਦੀ ਭਗਤੀ ਕਮਾਈ ਮੇਰੇ ਨਾਲੋਂ ਜ਼ਿਆਦੀ ਹੈ, ਮੈਂ ਉਹਨਾਂ ਦੇ ਸਾਹਮਣੇ ਆਪਣਾ ਬਚਨ ਰੱਖ ਨਹੀਂ ਸਕਿਆ। ਗੁਰਮੁਖੋ, ਇਹ ਹੈ ਰੱਬ ਦੇ ਭਗਤਾਂ ਦੀ ਵਡਿਆਈ। ਮਹਾਰਾਜ ਕਹਿਣ ਲੱਗੇ ਰੱਬ ਦੇ ਭਗਤ ਆਪਣਾ ਰੋਗ ਦੂਰ ਕਰਨ ਦੀ ਸਮਰੱਥਾ ਰੱਖਦੇ, ਦੂਜੇ ਦਾ ਰੋਗ ਦੂਰ ਕਰਨ ਦੀ ਸਮਰੱਥਾ ਰੱਖਦੇ। ਤੇ ਕਹਿਣ ਲੱਗੇ ਰੋਗ ਤੇ ਕੀ, ਦੂਜਿਆਂ ਦੇ ਸ਼ਰਾਬ ਮੋੜਨ ਦੀ ਸਮਰੱਥਾ ਵੀ ਰੱਬ ਦੇ ਭਗਤਾਂ ਦੇ ਕੋਲ ਹੁੰਦੀ ਹੈ। ਐਸੀ ਉਹਨਾਂ ਦੀ ਵਡਿਆਈ ਹੈ। ਦੂਜਾ ਬਚਨ ਮਹਾਰਾਜ ਨੇ ਵਰਤਿਆ ਸੋਗ। ਸੋਗ ਨਾਮ ਗੁਰਮੁਖੋ ਚਿੰਤਾ ਦਾ। ਸਾਨੂੰ ਚਿੰਤਾ ਪਈ ਹੈ ਸਾਰਿਆਂ ਨੂੰ, ਕਿਸੇ ਨੂੰ ਘਰ ਨੂੰ, ਕਿਸੇ ਨੂੰ ਪਰਿਵਾਰ ਨੂੰ, ਪੁੱਤਰਾਂ ਦੀ ਧੀਆਂ ਦੀ ਕੋਈ ਨਾ ਕੋਈ ਫਿਕਰ ਜ਼ਰੂਰ ਹੈ। ਚਿੰਤਤ ਹੀ ਦੀਸੈ ਸਭ ਕੋਏ। ਦੁਨੀਆ ਦਾ ਕੋਈ ਬੰਦਾ ਦਾਵਾ ਨਹੀਂ ਕਰ ਸਕਦਾ ਵੀ ਮੈਨੂੰ ਚਿੰਤਾ ਨਹੀਂ ਹੈ। ਵੱਡੇ ਵੱਡੇ ਅਰਬਾਂ ਖਰਬਾਂ ਪਤੀ ਚਿੰਤਾ ਤੇ ਉਹਨਾਂ ਨੂੰ ਵੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣ ਲੱਗੇ ਚਿੰਤਤ ਹੀ ਦੀਸੈ ਸਭ ਕੋਏ। ਚਿੰਤਾ ਹਰੇਕ ਨੂੰ ਹੀ ਹੈ, ਕੱਲੇ ਮਨੁੱਖਾਂ ਨੂੰ ਨਹੀਂ, ਪਸ਼ੂ ਪੰਛੀਆਂ ਨੂੰ ਵੀ ਚਿੰਤਾ ਚੋਗਦੀ ਹੈ। ਆਲਣੇ ਦੀ ਚਿੰਤਾ ਹੈ, ਆਪਣੇ ਬੱਚਿਆਂ ਦੀ ਚਿੰਤਾ ਹੈ, ਚਿੰਤਾ ਸਾਰਿਆਂ ਨੂੰ ਹੀ ਹੈ। ਪਰ ਪ੍ਰਮਾਤਮਾ ਦੇ ਪਿਆਰੇ ਜਿਹੜੇ ਨੇ ਉਹਨਾਂ ਨੂੰ ਚਿੰਤਾ ਦਾ ਸੋਗ ਵੀ ਨਹੀਂ, ਚਿੰਤਾ ਵੀ ਨਹੀਂ। ਚਿੰਤਾਵਾਂ ਖਤਮ ਹੋ ਜਾਂਦੀਆਂ ਉਹਨਾਂ ਦੀਆਂ। ਰੋਗ ਸੋਗ, ਸੋਗ ਨਾਮ ਗੁਰਮੁਖੋ ਚਿੰਤਾ ਦਾ, ਫਿਕਰ ਦਾ। ਉਹਨਾਂ ਦੇ ਫਿਕਰ ਮੁੱਕ ਜਾਂਦਾ, ਉਹ ਫਿਕਰ ਕਰਦੇ ਹੀ ਨਹੀਂ, ਫਿਕਰ ਤੋਂ ਰਹਿਤ ਹੋ ਜਾਂਦੇ। ਤੀਜਾ ਬਚਨ ਮਹਾਰਾਜ ਨੇ ਵਰਤਿਆ ਦੁੱਖ। ਗੁਰਮੁਖੋ ਦੁਨੀਆ ਦੇ ਦੁੱਖ ਤੇ ਬੜੇ ਨੇ, ਪਰ ਸਭ ਤੋਂ ਵੱਡਾ ਦੁੱਖ ਹੈ ਜੰਮਣ ਦਾ, ਸਭ ਤੋਂ ਵੱਡਾ ਦੁੱਖ ਹੈ ਮਰਨ ਦਾ। ਨਿੱਕੇ ਮੋਟੇ ਦੁੱਖ ਤੇ ਜ਼ਿੰਦਗੀ ਵਿੱਚ ਬੜੇ ਆਉਂਦੇ ਨੇ, ਕਦੇ ਅਸੀਂ ਬਿਮਾਰ ਹੋ ਜਾਈਦਾ, ਕਦੇ ਘਾਟਾ ਪੈ ਜਾਂਦਾ, ਕਦੇ ਕੋਈ ਮਰਗ ਦਾ ਸੁਨੇਹਾ ਆ ਗਿਆ। ਨਿੱਕੇ ਮੋਟੇ ਦੁੱਖ ਤੇ ਸਾਨੂੰ ਜ਼ਿੰਦਗੀ 'ਚ ਆਉਂਦੇ ਨੇ, ਪਰ ਸਭ ਤੋਂ ਵੱਡਾ ਦੁੱਖ ਜਨਮ ਲੈ ਕੇ ਆਉਣ ਦਾ, ਜੰਮ ਕੇ ਆਉਣ ਦਾ। ਸਭ ਤੋਂ ਵੱਡਾ ਦੁੱਖ ਹੈ ਮਰ ਕੇ ਜਾਣ ਦਾ। ਮਹਾਰਾਜ ਕਹਿਣ ਲੱਗੇ ਉਹ ਪ੍ਰਮਾਤਮਾ ਜੰਮਣ ਦਾ ਦੁੱਖ ਵੀ ਮੇਟ ਦਿੰਦਾ ਤੇ ਮਰਨ ਦਾ ਵੀ ਮੇਟ ਦਿੰਦਾ। ਨਾ ਜਨਮ ਹੁੰਦਾ ਨਾ ਮੌਤ ਹੁੰਦੀ ਹੈ, ਇਹ ਉਹਦੀ ਸਮਰੱਥਾ ਹੈ। ਰੋਗ ਸੋਗ ਦੁੱਖ। ਅਗਲਾ ਬਚਨ ਮਹਾਰਾਜ ਨੇ ਵਰਤਿਆ ਜਰਾ ਮਰਾ। ਜਰਾ ਨਾਮ ਬੁਢੇਪੇ ਦਾ। ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਦਰ ਸੁਰਤ ਗਿਆ। ਗੁਰਮੁਖ ਜਿਹੜੇ ਨੇ ਹਰ ਵੇਲੇ ਜਵਾਨ ਰਹਿੰਦੇ, ਕਿਉਂਕਿ ਉਹਨਾਂ ਦੀ ਭਾਵਨਾ, ਉਹਨਾਂ ਦੇ ਬਚਨ ਚੜ੍ਹਦੀ ਕਲਾ ਵਾਲੇ ਹੁੰਦੇ। ਤੇ ਸਾਡੇ ਸਾਹਮਣੇ ਇਤਿਹਾਸ ਆ ਜਾਂਦਾ, ਬਾਬਾ ਬੁੱਢਾ ਸਾਹਿਬ ਨੇ ਸਾਰੀ ਉਮਰ ਸੇਵਾ ਕੀਤੀ, ਬੈਠੇ ਨੇ। ਕਿਵੇਂ ਆਪਾਂ ਕਹਿ ਦਿਆਂਗੇ ਵੀ ਉਹ ਬੁੱਢੇ ਹੋ ਗਏ। ਬਾਬਾ ਦੀਪ ਸਿੰਘ ਮਹਾਂਪੁਰਖਾਂ ਨੇ ਵੱਡੀ ਉਮਰ ਦੇ ਵਿੱਚ ਖੰਡਾ ਚੁੱਕ ਕੇ ਵੈਰੀ ਨੂੰ ਮਾਰ ਕੇ ਹਰਿਮੰਦਰ ਸਾਹਿਬ ਨੂੰ ਯਾਦ ਕਰਵਾਇਆ। ਗੁਰਮੁਖ ਜਿਹੜੇ ਨੇ ਉਹ ਸੁਰਤੀ ਬਿਰਤੀ ਕਰਕੇ ਕਦੇ ਬੁੱਢੇ ਨਹੀਂ ਹੁੰਦੇ। ਅਸੀਂ ਤੇ ਜਵਾਨੀ ਵਿੱਚ ਹੀ ਹੋ ਜਾਂਦੇ ਹਾਂ। ਮਹਾਰਾਜ ਕਹਿਣ ਲੱਗੇ ਗੁਰਮੁਖਾਂ ਨੂੰ, ਨਾਮ ਜਪਣ ਵਾਲਿਆਂ ਨੂੰ ਜਰਾ ਕਹੀਏ, ਬੁਢੇਪਾ ਵੀ ਨਹੀਂ ਵਿਆਪਦਾ ਹੈ। ਜਰਾ ਮਰਾ ਨਾ ਵਿਆਪਈ, ਇਹ ਬਾਣੀ ਦਾ ਬਚਨ ਹੈ। ਅਗਲਾ ਬਚਨ ਮਹਾਰਾਜ ਬਖਸ਼ਿਸ਼ ਕਰਦੇ ਮਰਾ ਨਾਮ ਮੌਤ ਦਾ। ਉਹ ਮਰਦੇ ਵੀ ਨਹੀਂ। ਗੁਰਮੁਖ ਆਏ ਜਾਏ ਨਿਸੰਕ, ਮਰਜ਼ੀ ਨਾਲ ਆਉਂਦੇ, ਮਰਜ਼ੀ ਨਾਲ ਜਾਂਦੇ। ਮੌਤ ਵੀ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਮਾਰ ਨਹੀਂ ਸਕਦੀ ਹੈ। ਮਰਜ਼ੀ ਨਾਲ ਸਰੀਰ ਛੱਡਦੇ ਜਦੋਂ ਉਹਨਾਂ ਨੇ ਜਾਣਾ ਹੁੰਦਾ ਹੈ। ਪਾਤਸ਼ਾਹ ਬਖਸ਼ਦੇ ਹਨ। ਅਰਜਨ ਹੈ ਨਹੀਂ ਨਿਕਟਾਨੀ। ਇਹ ਸਾਰਾ ਕੁਝ ਉਹਨਾਂ ਦੇ ਨੇੜੇ ਨਹੀਂ ਆਉਂਦਾ। ਰੱਬ ਦੇ ਭਗਤਾਂ ਦੇ ਕੋਲ ਨਾ ਰੋਗ, ਨਾ ਸੋਗ, ਚਿੰਤਾ, ਨਾ ਦੁੱਖ, ਨਾ ਬੁਢੇਪਾ, ਨਾ ਮਰਨਾ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਰਾਰੀ ਰੇ। ਆਵੇ ਨਾ ਜਾਵੇ ਨਾ ਕਬਹੂ, ਮਰਤੇ ਪਾਰ ਬ੍ਰਹਮ ਸੰਗਾਰੀ ਦੇ।
ਰੱਬ ਦਿਆਂ ਭਗਤਾਂ ਦੀਆਂ ਕਥਾ ਕਹਾਣੀਆਂ ਦੁਨੀਆ ਨਾਲੋਂ ਵੱਖਰੀਆਂ ਹੁੰਦੀਆਂ ਹਨ, ਕਿਉਂਕਿ ਰੱਬ ਦੇ ਭਗਤਾਂ ਦੇ ਨੇੜੇ ਐਸੇ ਦੁੱਖ ਰੋਗ ਆਉਂਦੇ ਨਹੀਂ ਹਨ। ਨਿਰਭਉ ਹੋਏ ਰਹੇ ਲਿਵੇਕਾ। ਗੁਰਮੁਖੋ, ਜਿਨ੍ਹਾਂ ਨੇ ਲੇਵੀ ਇੱਕ ਦੀ ਲਾਈ ਹੈ ਨਾ ਪ੍ਰਮਾਤਮਾ ਦੀ, ਉਹ ਨਿਰਭਉ ਰਹਿੰਦੇ, ਡਰ ਤੋਂ ਰਹਿਤ ਰਹਿੰਦੇ, ਉਹ ਡਰਦੇ ਨਹੀਂ ਕਿਸੇ ਕੋਲੋਂ। ਅਸੀਂ ਦੁਨੀਆ ਦੇ ਲੋਕ ਡਰਦੇ ਹਾਂ ਸੰਸਾਰ ਦੇ ਲੋਕਾਂ ਕੋਲੋਂ, ਪਰ ਰੱਬ ਦਿਆਂ ਭਗਤਾਂ ਨੂੰ ਕਿਸੇ ਦਾ ਕੋਈ ਡਰ ਹੁੰਦਾ ਹੀ ਨਹੀਂ, ਖੌਫ ਨਹੀਂ ਹੁੰਦਾ ਹੈ। ਨਿਰਭਉ ਹੋਏ ਰਹੇ ਲਿਵ ਇੱਕ ਹੈ, ਇੱਕ ਦੇ ਵਿੱਚ ਲਿਵ ਲਾਉਣ ਵਾਲੇ ਦੁਨੀਆ ਦੇ ਵੱਲੋਂ ਸੰਸਾਰ ਵੱਲੋਂ ਨਿਰਭਉ ਰਹਿੰਦੇ ਹਨ। ਨਾਨਕ ਹਰ ਮਨ ਮਾਨੀ। ਕਿਉਂਕਿ ਉਹਨਾਂ ਨੇ ਆਪਣੇ ਮਨ ਦੇ ਵਿੱਚ ਪਰਮਾਤਮਾ ਨੂੰ ਮਾਨੀ ਕਹੀਏ ਮੰਨ ਲਿਆ। ਨਿਰਭਉ ਤਾਂ ਨੇ ਕਿਉਂਕਿ ਉਹਨਾਂ ਨੇ ਆਪਣੇ ਮਨ ਦੇ ਵਿੱਚ ਪਰਮਾਤਮਾ ਦੀ ਕਹੀ ਹੋਈ ਗੱਲ ਨੂੰ ਮਾਨੀ ਕਹੀਏ ਮੰਨਿਆ ਹੈ, ਤਾਂ ਉਹ ਬੇਪਰਵਾਹ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਮਾਨੀ ਕਹੀਏ ਮਾਨ ਹੈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਸ ਗੱਲ ਦਾ ਮਾਣ ਹੈ ਵੀ ਗੁਰੂ ਮੇਰੇ ਨਾਲ ਹੀ ਹੈ, ਗੁਰੂ ਮੇਰੀ ਪਿੱਠ ਨਹੀਂ ਲੱਗਣ ਦੇਵੇਗਾ, ਗੁਰੂ ਮੇਰੇ ਤੇ ਬਖਸ਼ਿਸ਼ ਕਰੇਗਾ। ਇਸ ਗੱਲ ਦਾ ਮਾਣ ਰੱਖਦੇ ਗੁਰਮੁਖ, ਇਸ ਕਰਕੇ ਉਹਨਾਂ ਨੂੰ ਕਦੇ ਦੁੱਖ ਨਹੀਂ ਵਿਆਪਦਾ ਹੈ। ਐਸੀ ਵੱਡੀ ਵਡਿਆਈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸੇ ਮੇਲ। ਰੋਗ ਸੋਗ ਦੁਖ ਜਰਾ ਮਰਾ, ਹਰ ਜਨ ਹੈ ਨਹੀਂ ਨਿਕਟਾਨੀ। ਨਿਰਭਉ ਹੋਏ ਰਹੇ ਲਿਵੇਕਾ, ਨਾਨਕ ਹਰ ਮਨ ਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ